ਕਾਫਲਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਨੂੰ ਕੁਲਦੀਪ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਨਿੱਘੀ ਜੀ ਆਇਆਂ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਅੱਜ ਅਸੀਂ ਤੁਹਾਡੇ ਵਾਸਤੇ ਮੌਰਗੇਜ ਦੇ ਰਿਲੇਟਡ ਮੌਰਗੇਜ ਦੇ ਸੰਬੰਧੀ ਜਿਹੜੀਆਂ ਚੇਂਜਸ ਆਈਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ। ਜੀਐਨਈ ਮੌਰਗੇਜ ਤੋਂ ਮਯੰਕ ਭਟਨਾਗਰ ਸਾਹਿਬ ਸਟੂਡੀਓ ਵਿੱਚ ਪਹੁੰਚੇ ਨੇ। ਇਹਨਾਂ ਤੋਂ ਪੁੱਛਦੇ ਹਾਂ ਕੀ ਚੇਂਜਸ ਆਈਆਂ ਨੇ ਮੌਰਗੇਜ ਦੇ ਵਿੱਚ, ਕਿੰਨੀਆਂ ਕੁ ਸੌਖੀਆਂ ਜਾਂ ਕਿੰਨੀ ਕੁ ਔਖੀਆਂ ਮੌਰਗੇਜ ਆ, ਤੇ ਉਹਦੇ ਉੱਤੇ ਆਪਾਂ ਅੱਜ ਗੱਲਬਾਤ ਕਰਦੇ ਜੀ। ਭਟਨਾਗਰ ਸਾਹਿਬ ਵੈਲਕਮ, ਜੀ ਆਇਆਂ, ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ। ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮਯੰਕ ਭਟਨਾਗਰ ਤੇ ਜੀਐਨਈ ਟੀਵੀ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ। ਤੇ ਭਾਜੀ ਕੀ ਹਾਲ ਹੈ ਤੁਹਾਡਾ? ਹਾਲ ਚਾਲ ਬਹੁਤ ਵਧੀਆ ਜੀ, ਪਰ ਜਿਹੜੀ ਮਾਰਕੀਟ ਹੈਗੀ ਆ ਇਹਦੇ ਹਾਲ ਚਾਲ ਥੋੜੇ ਜਿਹੇ ਉੱਪਰ ਥੱਲੇ ਹੁੰਦੇ ਲੱਗਦੇ ਨੇ, ਕਿਉਂਕਿ ਜਿਹੜੀ ਮਾਰਕੀਟ ਆ ਇੰਟਰਸਟ ਰੇਟ 0.25 ਜਿਹੜਾ ਹੈਗਾ ਪਿਛਲੇ ਦਿਨੀ ਇਨਕਰੀਜ਼ ਕੀਤਾ ਗਿਆ ਹੈਗਾ, ਤੇ ਉਹਦੇ ਨਾਲ ਮਾਰਕੀਟ ਦੇ ਵਿੱਚ ਕੀ ਚੇਂਜਸ ਆ ਰਹੀਆਂ ਨੇ, ਕੀ ਚੇਂਜਸ ਹੋਈਆਂ ਨੇ? जी भाजी देखो, ਜਿਹੜਾ ਤੁਹਾਡਾ ਪੁਆਇੰਟ ਆ ਬਿਲਕੁਲ ਵੈਲਿਡ ਪੁਆਇੰਟ ਆ, ਕਿਉਂਕਿ ਆਪਣੇ ਕੋ ਕਾਫੀ ਭੈਣ ਭਰਾ ਇੱਦਾਂ ਦੇ ਹੋਰ ਆ ਰਹੇ ਨੇ ਜਿਨ੍ਹਾਂ ਦੀ ਵੇਰੀਏਬਲ ਮੌਰਗੇਜ ਪਾਰਟਿਕੂਲਰ ਸੀਗੀ, ਐਂਡ ਉਹ ਹੁਣ ਵੇਰੀਏਬਲ ਮੌਰਗੇਜ ਦਾ ਇਫੈਕਟ ਆ ਪੈ ਰਿਹਾ ਹੈਗਾ ਕਿ ਇੰਟਰਸਟ ਰੇਟ ਦੇ ਵਿੱਚ ਕਿਉਂਕਿ ਇਨਕਰੀਜ਼ ਹੋ ਰਿਹਾ ਹੈਗਾ, ਉਹਨਾਂ ਦੀ ਮੰਥਲੀ ਪੇਮੈਂਟ ਦੇ ਵਿੱਚ ਫਿਰ ਇਜ਼ਾਫਾ ਦੇਖਣ ਨੂੰ ਮਿਲਿਆ ਹੈਗਾ। ਨਾਓ ਦੋ ਚੀਜ਼ਾਂ ਹੈਗੀਆਂ ਭਾਜੀ, ਜੇ ਤੁਸੀਂ ਦੇਖੋ ਤਾਂ ਲਾਸਟ ਈਅਰ ਮੰਥ ਓਵਰ ਮੰਥ interest rates were going up month over month. 14 महीने 14 months the interest rates have gone up, but this year you can see कि interest rates इतने फास्ट उत्ते नहीं जा रहे हैं। that's a sign कि मार्केट दे विच स्टेबिलिटी भी हौली हौली आ रही है। हुण देखो इस साल दे विच this is your second interest rate hike that has come। हुण there is a possibility कि जुलाई ਦੇ ਵਿੱਚ ਵੀ 12 ਜੁਲਾਈ ਨੂੰ ਵੀ ਇਨਕਰੀਜ਼ ਹੋ ਸਕਦਾ ਹੈਗਾ। ਜੇ ਉਧਰ ਨਹੀਂ ਹੋਇਆ ਤਾਂ ਟੂਵਰਡਸ ਦ ਈਅਰ ਐਂਡ ਇਨਕਰੀਜ਼ ਹੋਏਗਾ, ਬਟ ਇਟ ਕੁਡ ਬੀ ਅ 0.25% ਇਨਕਰੀਜ਼, ਇਟਸ ਨਾਟ ਗੋਇੰ ਟੂ ਬੀ ਅ ਬਿਗ ਇਨਕਰੀਜ਼। ਹੁਣ ਅਸੀਂ ਭਾਜੀ 14 ਮਹੀਨੇ ਜੇ ਤੁਸੀਂ ਦੇਖੋ ਐਵਰੀ ਮੰਥ ਅਸੀਂ ਉਹ ਐਕਸੈਪਟ ਕਰ ਲਿਆ, ਹੁਣ ਆ ਤਾਂ ਇਟਸ ਟੂਵਰਡਸ ਦੀ ਐਂਡ ਟੇਲ ਐਂਡ ਆਫ ਦ ਪੀਸ। ਇਹਦਾ ਮਾਰਕੀਟ ਦੇ ਵਿੱਚ ਭਾਜੀ ਦੇਖੋ ਅਸਰ ਆ ਪੈ ਰਿਹਾ ਹੈਗਾ ਕਿ ਜਿਹੜੇ ਭੈਣ ਭਰਾ ਜਿਨ੍ਹਾਂ ਨੇ ਆਪਣੀ ਪ੍ਰੀ ਅਪਰੂਵਲ ਕਰਾ ਕੇ ਛੱਡੀ ਹੋਈ ਹੈ ਮੌਰਗੇਜ ਲਈ ਜੀ, ਠੀਕ ਹੈ ਜੀ, ਉਹਨਾਂ ਨੂੰ ਇਨ ਕੰਪੈਰੀਜ਼ਨ ਇਸ਼ੂਜ਼ ਦਾ ਸਾਹਮਣਾ ਘੱਟ ਕਰਨਾ ਪੈ ਰਿਹਾ ਹੈਗਾ। ਦੇ ਆਰ ਮੇਕਿੰਗ ਅ ਮਚ ਇਨਫੋਰਮਡ ਡਿਸੀਜਨ when they are going to purchase any property ਜਾਂ ਕੁਝ ਵੀ ਫਾਈਨੈਂਸ਼ੀਅਲ ਮੈਟਰ ਕਰ ਰਹੇ ਹੈਗੇ। ਤਾਂ ਜੇ ਤੁਹਾਨੂੰ ਚੇਤਾ ਹੋਵੇ ਜਦ ਆਪਾਂ ਲਾਸਟ 2 एपिसोड्स ਪਹਿਲਾਂ ਗੱਲ ਕੀਤੀ ਸੀ, मैं हमेशा कहना कि प्री अप्रूवल ज़रूर कराओ। किसी भी ਰੀਅਲਟਰ को बाद ਦੇ ਵਿੱਚ ਜਾਓ, ਪਹਿਲਾਂ ਆਪਣੀ ਪ੍ਰੀ ਅਪਰੂਵਲ ਕਰਾਓ, ਪਹਿਲਾਂ ਤੁਸੀਂ ਸਾਡੇ ਕੋਲੇ ਆਓ ਜਾਂ ਟਰਸਟਡ ਮੌਰਗੇਜ ਪ੍ਰੋਫੈਸ਼ਨਲ ਕੋਲੇ ਆਓ। ਕਿਉਂ? ਕਿਉਂਕਿ ਹੀ ਇਜ਼ ਗੋਇੰ ਟੂ ਰਨ ਦ ਨੰਬਰਸ, ਹੀ ਇਜ਼ ਗੋਇੰ ਟੂ ਸੀ ਕਿ ਤੁਸੀਂ ਕਿੱਥੇ ਖੜੇ ਹੋ, ਐਂਡ ਜਿਹੜੀ ਨਈ ਚੀਜ਼ ਜੇ ਇੰਪਲੀਮੈਂਟ ਹੋ ਜਾਂਦੀ ਆ। एग्जाम्पल लैंडर्स कहते हैं कि भाई आप 80% लोन टू वैल्यू तो नहीं जाना बिकॉज वी आर कटिंग बैक, कि तुसी 75% लोन टू वैल्यू से जोड़ा है क्वालीफाई करते हैं, ठीक है ना। अदर एग्जाम्पल भी मैं तुहानूं दिना, असी पहला देखिया सीगा कि इंटरस्ट रेट तो चलो एक गल हो गई, इंटरस्ट रेट तो भाजी तां होणगे जद मॉर्गेज अप्रूव होएगी, ठीक है जी। भैन भरावां नूं यह भी दसना जरूरी हैगा कि इंटरस्ट रेट पहला थोड़ी अप्रूवल होनी जरूरी हैगी है, क्योंकि लैंडर्स जिहड़े हैगे आ मार्केट की कंडीशन देख के सारे कटबैक कर रहे हैगे कि थोड़े कोले डाउन पेमेंट हैगी आ या जे इनक्रीज डाउन पेमेंट करनी पैगी, डू वी हैव दैट काइंड ऑफ मनी। तो इसलिए हमेशा कहने आ चीज़ां मी एंड माई टीम ਅਸੀਂ ਪ੍ਰੀ ਅਪਰੂਵਲ ਦੇ ਵਿੱਚ ਭਾਜੀ ਪ੍ਰੋਪਰ ਇੰਟਰਵਿਊ ਲੈਂਦੇ ਹਾਂ ਕਲਾਇੰਟ ਦਾ, ਸਮਝਣਾ ਚਾਹੁੰਦੇ ਐ ਨਹੀਂ ਕਿ ਬਈ ਉਹਨਾਂ ਨੂੰ ਕੋਈ ਨੈਗੇਟਿਵ ਪੁਆਇੰਟ ਆਫ ਵਿਊ ਦੱਸਣਾ ਚਾਹੁੰਦੇ ਆ, ਬਟ ਸਮਝਣਾ ਚਾਹੁੰਦੇ ਆ ਕਿ ਵੀ ਤੁਸੀਂ ਕੀ ਕੁਆਲੀਫਾਈ ਕਰੋਗੇ। ਕਿਉਂ? ਵੀ ਡੋਂਟ ਵਾਂਟ ਯੂ ਟੂ ਵੇਸਟ ਯੋਰ ਟਾਈਮ, ਨੋਰ ਵੀ ਡੂ ਵਾਂਟ ਯੂ ਟੂ ਵੇਸਟ ਦ ਰੀਅਲਟਰਸ ਟਾਈਮ, ਨੋਰ ਨਾਲ ਦੇ ਨਾਲ
ਆਪਾਂ ਇਹ ਨਹੀਂ ਚਾਹੁੰਦੇ ਕਿ ਭਈ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਡਿਸਅਪਾਇੰਟਮੈਂਟ ਬਾਅਦ ਦੇ ਵਿੱਚ ਹੋਵੇ ਭਾਜੀ। ਜੀ ਇਹ ਰੀਅਲਟਰ ਦੀ ਵੀ ਵੈਸੇ ਜੌਬ ਬਣਦੀ ਹੈਗੀ, ਜੋ ਵੀ ਟਾਈਮ ਆਪਦਾ ਜਿਹੜਾ ਸੇਵ ਕਰ ਸਕਦਾ ਹੈਗਾ। ਜੇ ਕਲਾਇੰਟ ਦੀ ਮੌਰਗੇਜ ਪ੍ਰੀ ਅਪਰੂਵ ਹੋਈ ਹੋਵੇਗੀ ਨਾ, ਉਹਦੇ ਨਾਲ ਜਦੋਂ ਫਿਰ ਤੁਸੀਂ ਘਰ ਕਿਸੇ ਨੂੰ ਦਿਖਾਉਣ ਜਾਂਦੇ ਹੈਗਾ ਤਾਂ ਪਤਾ ਹੁੰਦਾ ਜੀ ਮੇਰੀ ਮਿਲੀਅਨ ਦੀ ਅਪਰੂਵ ਹੋਈ ਆ, ਮੈਂ ਇਹਨੂੰ 1.2 ਮਿਲੀਅਨ ਦਾ ਘਰ ਨਾ ਦਿਖਾਵਾਂ ਹੈਗਾ, ਰਾਈਟ। ਇਸ ਕਰਕੇ ਜਿੰਨੇ ਵੀ ਸਾਡਾ ਰੀਅਲਟਰ ਭਾਈਚਾਰਾ ਹੈਗਾ, ਉਹ ਮੌਰਗੇਜ ਜਿਹੜੀ ਹੈਗੀ ਆ ਪਹਿਲਾਂ ਕਲਾਇੰਟ ਦੀ, ਜਾਂ ਤੁਹਾਨੂੰ ਪਤਾ ਹੋਵੇ ਵੀ ਇਸ ਕੋ ਅਨਫ ਪੈਸੇ ਪਏ ਨੇ ਤੇ ਇਹਨਾਂ ਨੇ ਜਿਹੜਾ ਹੈਗਾ ਕਰਵਾ ਲੈਣਾ, ਬਟ ਸਟਿਲ ਫਿਰ ਵੀ ਜਿਹੜੀ ਮੌਰਗੇਜ ਤਾਂ ਤੁਹਾਨੂੰ ਲੈਣੀ ਹੀ ਪੈਣੀ ਹੈਗੀ। ਇਸ ਕਰਕੇ ਹਮੇਸ਼ਾ ਅਸੀਂ ਕਹਿੰਦੇ ਆ ਜੀ ਬੈਂਕ ਭਟਨਾਗਰ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਲਓ। GNE ਮੌਰਗੇਜ ਤੋਂ ਤੁਸੀਂ ਭਾਵੇਂ $1,00,000 ਦੀ ਕਰਵਾਉਣੀ ਆ, ਭਾਵੇਂ 10 ਮਿਲੀਅਨ ਦੀ ਕਰਵਾਉਣੀ ਹੈਗੀ ਆ, ਭਾਵੇਂ 50 ਮਿਲੀਅਨ ਦੀ ਕਰਵਾਉਣੀ ਆ, ਤੁਹਾਡੀ ਮੌਰਗੇਜ ਜਿਹੜੀ ਆ ਕਰਵਾ ਕੇ ਦੇਣਗੇ। ਭਾਵੇਂ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ, ਕੋਈ ਪ੍ਰੋਬਲਮ ਨਹੀਂ ਹੈਗੀ। ਭਾਵੇਂ ਭਾਈ ਇੰਡਸਟਰੀਅਲ ਵੀ ਜੇ ਤੁਹਾਨੂੰ ਕੋਈ ਇੰਡਸਟਰੀਅਲ ਵੀ ਤੁਹਾਨੂੰ ਕੋਈ ਲੋੜ ਹੈਗੀ ਹੈ, ਤੁਸੀਂ ਕੋਈ ਵੀ ਲੈਂਡ ਖਰੀਦਣਾ ਚਾਹ ਰਹੇ ਹੋ, ਤੁਸੀਂ ਕੋਈ ਵੀ ਜਿਹੜਾ ਹੈਗਾ ਕਮਰਸ਼ੀਅਲ ਜ਼ੋਨ ਦੇ ਨਾਲ ਇੰਡਸਟਰੀਅਲ ਵੇਅਰ ਹਾਊਸ ਕੋਈ ਖਰੀਦਣਾ ਚਾਹ ਰਹੇ ਭਾਜੀ, ਐਵਰੀਬਡੀ ਨੀਡਸ ਮਨੀ ਜੀ। ਐਂਡ ਆਪਾਂ ਹਮੇਸ਼ਾ ਕਹਿੰਦੇ ਆ ਮਨੀ ਇਜ਼ ਦੇਅਰ ਜੀ, ਠੀਕ ਆ, ਕ੍ਰੈਡਿਟ ਇਜ਼ ਆਲਵੇਜ਼ देयर, ਹਮੇਸ਼ਾ ਹੁੰਦਾ ਹੈਗਾ, ਬਟ ਤੁਸੀਂ ਕਿੱਦਾਂ ਉਹਨੂੰ ਯੂਟਿਲਾਈਜ਼ ਕਰਨਾ ਹੈਗਾ, that is how you need to see ਕਿ ਵੀ ਤੁਹਾਡੀ ਕੀ ਰਿਕੁਆਇਰਮੈਂਟ ਹੈ। ਐਂਡ ਹਰ ਸਿਚੁਏਸ਼ਨ ਦੀ ਇੱਕ ਚੀਜ਼ ਮੈਂ ਭਾਜੀ ਜ਼ਰੂਰ ਦੱਸੂਗਾ ਕਿ ਇਹ ਨਾ ਹੋਵੇ, ਇਹ ਨਾ ਕਰੋ ਕਿ ਬਈ ਮੇਰੇ ਲਾਈਕ ਰਿਲੇਟਿਵ ਦੇ ਵਿੱਚ ਹੁੰਦਾ ਵੀ ਮੇਰੇ ਕੋਈ ਰਿਲੇਟਿਵ ਨੇ ਮੌਰਗੇਜ ਕਰਾਈ ਸੀਗੀ, ਉਹਨਾਂ ਦੀ ਵੀ ਸਿਚੁਏਸ਼ਨ ਸੇਮ ਹੀ ਸੀਗੀ, ਐਂਡ ਮੇਰੀ ਜਦ ਉਹਨਾਂ ਦੀ ਕੁਆਲੀਫਾਈ ਹੋ ਗਈ ਸਾਡੀ ਤਾਂ ਹੋਈ ਜਾਣੀ ਹੈ। ਡੂ ਨਾਟ ਅਜ਼ੰਪਸ਼ਨ ਨਾ ਕਰੋ, ਕਿਉਂਕਿ ਜੇ ਅਜ਼ੰਪਸ਼ਨ ਕਰਦੇ ਹੋ ਉਹਦੇ ਵਿੱਚ ਭਾਜੀ ਕੋਈ ਗੱਲ ਨਹੀਂ ਬਣਦੀ, ਯੂ ਵਿਲ ਹੈਵ ਅ ਪ੍ਰੋਬਲਮ ਐਟ ਦੀ ਐਂਡ। ਇਸ ਲਈ ਕਹਿੰਦੇ ਆ ਹਮੇਸ਼ਾ ਆਪਣੀ ਸਿਚੁਏਸ਼ਨ ਇੰਡੀਵਿਜੂਅਲ ਸਿਚੁਏਸ਼ਨ ਹੁੰਦੀ ਆ, ਆਪਣੀ ਜਿਹੜੇ ਕੇਸ ਹੁੰਦਾ ਭਾਜੀ ਇੰਡੀਵਿਜੂਅਲ ਕੇਸ ਹੁੰਦਾ ਹੈਗਾ। ਐਂਡ ਮੋਸਟ ਇੰਪੋਰਟੈਂਟਲੀ ਸਾਰੀ ਚੀਜ਼ ਟੇਬਲ ਤੇ ਲਾਓ। ਐਂਡ ਭਾਜੀ ਦੇਖੋ ਜਿੱਦਾਂ ਆਪਾਂ ਇੰਡੀਆ 'ਚ ਕਹਿੰਦੇ ਸੀ ਵੀ ਪੈਨ ਪੇਪਰ ਲੈ ਕੇ ਦੇਖੋ ਵੀ ਤੁਹਾਡੇ ਕੀ ਖਰਚੇ ਹੈਗੇ ਆ, ਕੀ ਤੁਹਾਡੀ ਇਨਕਮ ਹੈਗੀ ਆ, ਉਹਦੇ ਹਿਸਾਬ ਨਾਲ ਜੇ ਤੁਸੀਂ ਕਰੋਗੇ ਤੁਹਾਨੂੰ ਕਦੇ ਪ੍ਰੋਬਲਮ ਨਹੀਂ ਆਏਗੀ। ਜੀ ਐਗਜ਼ੈਕਟਲੀ, ਤੁਹਾਡਾ ਜਿਹੜਾ ਚਾਰਟ ਬਣਿਆ ਹੋਵੇ ਤੁਹਾਡਾ, ਤੁਸੀਂ ਜਿੰਨੇ ਤੁਹਾਡੇ ਐਕਸਪੈਂਸਿਵ ਹੈਗੇ ਨੇ ਤੁਹਾਡੇ, ਜਿੱਦਾਂ ਵੀ ਆਪਾਂ ਮੌਰਗੇਜ ਕਰਾਉਣੀ ਆ ਜਾਂ ਤੁਸੀਂ ਘਰ ਲੈਣਾ ਹੈਗਾ, ਤੁਹਾਡੇ ਪਹਿਲਾਂ ਪ੍ਰੀ ਪਲਾਨ ਹੋਣ ਜੀ ਸਾਡੇ ਇੰਨੇ ਖਰਚੇ ਹੈਗੇ ਨੇ, ਅਸੀਂ ਇੰਨੀ ਮੌਰਗੇਜ ਜਿਹੜੀ ਹੈਗੀ ਅਫੋਰਡ ਕਰ ਸਕਦੇ ਹਾਂ ਜੀ। ਹੁਣ ਗੱਲਬਾਤ ਕਰਾਂਗੇ ਆਪਾਂ ਮੇਰ ਸਾਹਿਬ ਟ੍ਰੈਂਡ ਮਾਰਕੀਟ ਦੇ ਵਿੱਚ ਅੱਜ ਕੱਲ ਦਾ ਜਿਹੜਾ ਕਿੱਦਾਂ ਦਾ ਟ੍ਰੈਂਡ ਚੱਲਦਾ ਹੈਗਾ, ਲੋਕਾਂ ਦੀ ਕੀ ਹਵਾ ਲੋਕਾਂ ਦੇ ਵਿੱਚ ਕੀ ਚੱਲਦੀ ਹੈਗੀ ਆ। ਦੇਖੋ ਭਾਜੀ ਮੈਂ ਵੀ ਤੁਹਾਨੂੰ ਇੱਦਾਂ, ਤੁਸੀਂ ਵੀ ਸਾਡੇ ਪੈਨਲ ਦੇ ਵਿੱਚ ਹੈਗੇ ਹੋ, ਮੈਂ ਤੁਹਾਨੂੰ ਵੀ ਭੇਜੀ ਸੀਗੀ ਜਿਹੜੀ ਬਲੂਮਬਰਗ ਦੀ ਜਿਹੜੀ ਸਟੋਰੀ ਸੀਗੀ, ਉਹਦੇ ਵਿੱਚ ਆ ਕਹਿ ਰਹੇ ਹੈਗੇ ਆ ਹੁਣ ਜਿਹੜੀ ਮਾਰਕੀਟ ਆ ਇਜ਼ ਗੋਇੰਗ ਟੂ ਬੀ ਹੌਟ ਅਗੇਨ ਜੀ। ਐਂਡ ਜਿਹੜਾ ਆ 1/4% ਇੰਟਰਸਟ ਰੇਟ ਵਧਿਆ ਹੈਗਾ ਜੀ, ਆ ਇਸ ਕਰਕੇ ਵਧਿਆ ਹੈਗਾ ਕਿਉਂਕਿ people are again putting pressure on the market to purchase the property ਜਦ ਉਹ ਅਫੋਰਡ ਵੀ ਨਹੀਂ ਕਰ ਪਾ ਰਹੇ ਜੀ। ਐਂਡ ਜਿਹੜਾ ਟ੍ਰੈਂਡ ਹੁਣ ਅਸੀਂ ਦੇਖ ਰਹੇ ਆ ਭਾਜੀ ਦੇਖੋ it is not to say ਕਿ not everybody will qualify, right, but ਆ ਦੇਖਣਾ ਬਹੁਤ ਜ਼ਰੂਰੀ ਆ ਕਿ the income that you have currently ਉਹਦੇ ਹਿਸਾਬ ਨਾਲ ਕੀ ਤੁਸੀਂ ਆਪਣੀ ਮੰਥਲੀ ਮੌਰਗੇਜ ਪੇਮੈਂਟਸ ਅਫੋਰਡ ਕਰ ਪਾਉਂਦੇ ਹੋ ਕਿ ਨਹੀਂ। ਤੁਹਾਨੂੰ ਉਹ ਵੀ ਆਪਾਂ ਦੇਖੀ ਸੀਗੀ ਜਿੱਥੇ ਭੈਣ ਭਰਾ ਜਿੱਥੇ ਪੂਰੀ ਸਟੋਰੀ ਆਈ ਸੀਗੀ ਜਿੱਥੇ ਉਹ ਕਹਿੰਦੇ ਸੀਗੇ ਕਿ ਆਲਮੋਸਟ 40% of people are unable to afford mortgages ਜੀ and default rate is all time high। ਤੇ ਮਾਰਕੀਟ ਟ੍ਰੈਂਡ ਜਿਹੜਾ ਅਸੀਂ ਦੇਖ ਰਹੇ ਹੈਗੇ ਆ, ਦੇਖੋ ਭਾਜੀ ਛੋਟੇ ਘਰ ਐਂਡ ਤੁਸੀਂ ਰੀਅਲ ਸਟੇਟ 'ਚ ਹੈਗੇ ਆ, ਯੂ ਕੈਨ ਵਾਊਚ ਫॉर ਇਟ, ਤੁਸੀਂ ਦੱਸ ਸਕਦੇ ਆ ਜਿਹੜੇ ਛੋਟੇ ਘਰ ਹੈਗੇ ਆ ਵਿਚ ਇਜ਼ ਮਿਲੀਅਨ ਜਾਂ ਮਿਲੀਅਨ ਤੋਂ ਘੱਟ, ਉਹਦੇ ਉੱਤੇ ਹਜੇ ਵੀ ਆਪਾਂ ਜਿਹੜਾ ਹੈਗੇ ਆ ਮਲਟੀਪਲ ਆਫਰ ਸਿਚੁਏਸ਼ਨ ਦੇਖ ਰਹੇ ਆ। ਕੁਝ ਸਿਚੁਏਸ਼ਨਸ ਅਸੀਂ ਮੈਂ ਉਹ ਵੀ ਦੇਖੀ ਸੀਗੀ, ਸਪੈਸੀਫਿਕਲੀ ਗੱਲ ਕੀਤੀ ਜਾਵੇ ਤਾਂ ਡਾਊਨ ਈਸਟ ਕਲੋਜ਼ਰ ਟੂ ਆਸ਼ਵਾ ਐਂਡ ਵਿਡਬੀ ਏਰੀਆ, ਉਧਰ ਆਪਾਂ ਦੇਖਿਆ ਸੀਗਾ ਕਿ ਇੱਕ ਪ੍ਰਾਪਰਟੀ ਤੇ 30 35 ਆਫਰ ਹਜੇ ਵੀ ਆ ਰਹੀਆਂ ਨੇ। ਹਜੇ ਵੀ ਜੀ ਉਹੀ ਗੱਲ ਆ ਤੁਹਾਡੀ, ਮੈਂ ਆਪਣੇ ਨੋਟ ਕੀਤਾ ਸੀਗਾ 25 20 ਆਫਰਾਂ ਜਿਹੜੀਆਂ ਇੱਕ ਪ੍ਰਾਪਰਟੀ ਦੇ ਉੱਤੇ ਆ ਰਹੀਆਂ ਨੇ, ਉਹ ਵੀ ਮਲਟੀਪਲ ਦੇ ਵਿੱਚ ਆ ਰਹੀਆਂ ਨੇ। ਆਪਾਂ ਉਹਦੀ ਅਪਰੇਜ਼ਲ ਕੱਢੀ ਪ੍ਰਾਪਰਟੀ ਦੀ, ਭਾਵੇਂ ਆਸ਼ਵਾ ਜਿਹੜਾ ਵਿਟਵੀ ਵੱਲ ਹੈਗਾ 6-7 ਲੱਖ ਤੋਂ ਵੱਧ ਪ੍ਰਾਪਰਟੀ ਉੱਥੇ, ਮਤਲਬ ਜਿੱਦਾਂ ਦੇ ਘਰ ਹੈਗੇ ਨੇ, ਏਰੀਆ ਜਿੱਦਾਂ ਦਾ ਹੁੰਦਾ, ਕਿੰਨਾ ਪੁਰਾਣਾ ਘਰ ਹੈਗਾ, ਕਿੰਨੇ ਬੈਡਰੂਮ ਹੈਗਾ, ਐਵਰੇਜ ਜਿਹੜੀ 6-7 ਲੱਖ ਦੀ ਹੈਗੀ ਆ। ਬਟ ਉਹ ਜਿਹੜੇ ਘਰ ਨੇ ਲੱਖ 2-2 ਲੱਖ ਡਾਲਰ ਜਿਹੜੀਆਂ ਉੱਪਰ ਮਲਟੀਪਲ ਆਫਰਾਂ ਜਿਹੜੀਆਂ ਜਾ ਰਹੀਆਂ ਨੇ। ਇਹਦੇ ਵਿੱਚ ਹੁਣ ਕਸੂਰ ਕਿਹਦਾ ਆਪਾਂ ਕਹਿ ਸਕਦੇ ਹੈਗੇ ਆ, ਕਿਉਂਕਿ ਲੋਕੀ ਚਾਹੁੰਦੇ ਨੇ ਅਸੀਂ ਇਹ ਕਰ ਲਈਏ,
ਭਾਜੀ ਇਟਸ ਸਪਲਾਈ ਐਂਡ ਡਿਮਾਂਡ। ਹਾਂਜੀ ਐਗਜ਼ੈਕਟਲੀ, ਇਟਸ ਸਪਲਾਈ ਐਂਡ ਡਿਮਾਂਡ। ਮਤਲਬ ਉਹਦੇ ਵਿੱਚ ਹੁਣ ਸਰਕਾਰਾਂ ਬਹੁਤ ਜ਼ੋਰ ਲਾ ਰਹੀਆਂ ਨੇ ਵੀ ਜਿਹੜੇ ਮਲਟੀਪਲ ਆਫਰ ਨਾ ਜਾਵੇ, ਜਿਹੜੀ ਪ੍ਰਾਈਸ ਆ ਜੈਨੂਇਨ ਜਿਹੜੀ ਐਕਚੁਅਲ ਪ੍ਰਾਈਸ ਹੈਗੀ ਉਸ ਦੇ ਉੱਤੇ ਘਰ ਸੈਲ ਕੀਤਾ ਜਾਵੇ। ਪਰ ਉਹਦੇ ਜਦੋਂ ਹੁਣ ਆਫਰਾਂ 20-25 ਆਫਰਾਂ ਆਉਂਦੀਆਂ ਨੇ ਤੇ ਉਹਦੇ ਵਿੱਚ ਜਿਹੜਾ ਸੈਲਰ ਹੁੰਦਾ ਹੈਗਾ ਅਫਕੋਰਸ ਆ ਉਹਨੂੰ ਤਾਂ ਪੈਸੇ ਵੱਧ ਬਣਦੇ ਨੇ, ਉਹ ਰੈਲਟਰ ਵੀ, ਕਿਉਂਕਿ ਰੈਲਟਰ ਉਹਨਾਂ ਵਾਸਤੇ ਕੰਮ ਕਰਦਾ ਹੈਗਾ ਜਿਹੜਾ ਸੈਲਰ ਹੁੰਦਾ ਹੈਗਾ, ਰਾਈਟ, ਜਿਹੜਾ ਸੈਲਰ ਸਾਈਡ ਤੋਂ ਹੁੰਦਾ ਹੈਗਾ। ਇਸ ਕਰਕੇ ਉਹਨੂੰ ਫਿਰ ਪ੍ਰਾਪਰਟੀ ਦਵਾਉਂਦਾ ਹੈਗਾ। ਇਸ ਕਰਕੇ ਕੋਈ ਨਾ ਕੋਈ ਕੈਪ ਚਾਹੀਦਾ ਹੈਗਾ ਵੀ ਇਹ ਪ੍ਰਾਪਰਟੀ ਇਸ ਤੋਂ ਉੱਪਰ ਨਹੀਂ ਜਾਣੀ ਚਾਹੀਦੀ ਹੈਗੀ। ਬਟ ਹਜੇ ਤੱਕ ਸਰਕਾਰ ਇਹਦੇ ਵਿੱਚ ਵੀ ਫੇਲੀਅਰ ਰਹੀ ਹੈਗੀ ਆ। ਪਰ ਜਿਹੜੀਆਂ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਜਦੋਂ ਮਲਟੀਪਲ ਆਫਰਾਂ ਜਾਣ ਲੱਗੀਆਂ ਸੀਗੀਆਂ, ਜਿਹੜੀ 7-8 ਲੱਖ ਦੀ ਪ੍ਰਾਪਰਟੀ ਸੀ ਉਹ 1.4-1.5 ਦੀ ਜਿਹੜੀਆਂ ਵਿਕੀਆਂ ਹੈਗੀਆਂ ਨੇ, ਰਾਈਟ, ਆਫਟਰ ਕੋਵਿਡ ਦੇ ਦੌਰਾਨ, ਜਿਹੜੀ ਕੋਵਿਡ 2022 ਦੇ ਵਿੱਚ ਜਾਂ 21 ਦੇ ਵਿੱਚ ਜਿਹੜੀਆਂ ਸੀਗੀਆਂ ਮਲਟੀਪਲ ਆਫਰਾਂ ਸ਼ੁਰੂ ਹੋ ਗਈਆਂ ਸੀਗੀਆਂ, ਉੱਥੇ ਸਰਕਾਰ ਨੂੰ ਵੀ ਕੁਝ ਜੇ ਉਸੇ ਟਾਈਮ ਕੈਪ ਲਾਉਣ ਜਾਂ ਇੰਟਰਸਟ ਰੇਟ ਉੱਪਰ ਕਰ ਦਿੰਦੇ ਤਾਂ ਜਿਹੜੀਆਂ ਅੱਜ ਆਹ ਹਾਲਾਤ ਨਹੀਂ ਬਣਨੇ ਸੀਗੇ, ਜਿਹੜਾ ਇੰਟਰਸਟ ਰੇਟ ਇਹਨਾਂ ਨੂੰ ਵਾਰ-ਵਾਰ ਵਧਾਉਣ ਦੀ ਬਹੁਤੀ ਜ਼ਰੂਰਤ ਨਹੀਂ ਪੈਣੀ ਸੀਗੀ। ਤੇ ਵਾਕਈ ਹੀ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਤੁਹਾਨੂੰ, ਜਿਹੜਾ ਇੰਟਰਸਟ ਰੇਟ ਹੋਰ ਇਨਕਰੀਜ਼ ਹੋਊਗਾ ਜਾਂ ਕਿ ਹਜੇ ਥੋੜੀ ਜਿਹੀ ਬ੍ਰੇਕ ਲੈਣਗੇ? ਭਾਈ ਦੇਖੋ ਇਸ ਸਾਲ ਦੇ ਵਿੱਚ 2023 ਦੇ ਵਿੱਚ ਅਸੀਂ ਐਕਸਪੈਕਟ ਕਰ ਰਹੇ ਕਿ ਇੰਟਰਸਟ ਰੇਟ ਹੋਰ ਇਨਕਰੀਜ਼ ਹੋ ਸਕਦਾ ਹੈਗਾ। ਕਦੋਂ ਜੀ? ਅਗਸਤ ਦੇ ਵਿੱਚ ਪ੍ਰੋਬਬਲੀ ਦੇਖੋ 12 ਜੁਲਾਈ ਨੂੰ ਹੋਰ ਇੱਕ ਰਿਵਿਊ ਹੈਗਾ ਐਂਡ ਪੋਟੈਂਸ਼ੀਅਲੀ ਈਵਨ ਇਨ ਦਸੰਬਰ ਦੇ ਵਿੱਚ ਵੀ ਇੱਕ ਰਿਵਿਊ ਹੈਗਾ। ਵੀ ਆਰ ਐਕਸਪੈਕਟਿੰਗ ਕਿ ਹਜੇ ਜਿਹੜਾ ਹੈਗਾ ਜੁਲਾਈ ਦੇ ਵਿੱਚ ਇਨਕਰੀਜ਼ ਨਾ ਹੋਵੇ, ਬਟ ਦਸੰਬਰ ਦੇ ਵਿੱਚ ਡੈਫੀਨਿਟਲੀ ਇਨਕਰੀਜ਼ ਹੋਣ ਦੀ ਸੰਭਾਵਨਾ ਹੈਗੀ ਆ। ਹੁਣ ਆ ਵੀ ਦੇਖਣਾ ਪਏਗਾ ਜੇ ਇਨਕਰੀਜ਼ ਨਹੀਂ ਹੁੰਦਾ, ਵਾਟ ਆਰ ਦ ਮਾਰਕੀਟ ਪ੍ਰੈਸ਼ਰਸ ਲਾਈਕ ਐਂਡ ਵਾਟ ਆਰ ਦ ਮਾਰਕੀਟ ਟ੍ਰੈਂਡਸ ਆਰ ਲਾਈਕ। ਦੇ ਮਾਰਕੀਟ ਅਗੇਨ ਹੌਟ ਫਿਰ ਹੋ ਜੂਗੀ ਜੇ ਅਗਰ ਨਹੀਂ ਇਨਕਰੀਜ਼ ਹੁੰਦਾ ਹੈ। ਬਿਲਕੁਲ ਜੀ, ਸਹੀ ਗੱਲ ਆ। ਤੇ ਹੁਣ ਗੱਲ ਕਰਾਂਗੇ ਅੱਜ ਕੱਲ ਜਿੱਦਾਂ ਵੀ ਹੈਗੀ ਜਿਹੜੀ ਮਾਰਕੀਟ ਆ, ਆਲਰੇਡੀ ਤੁਸੀਂ ਦੱਸਿਆ ਹੈਗਾ ਵੀ ਜਿਹੜਾ ਟ੍ਰੈਂਡ ਆ ਲੋਕਾਂ ਦਾ ਜਿਹੜੀ ਹੈਗੀ ਆ ਵੀ ਚੱਲਦੀ ਪਈ ਆ, ਬਟ ਉਹਦੇ ਵਿੱਚ ਇੰਟਰਸਟ ਰੇਟ ਨੂੰ ਲੈ ਕੇ ਕੁਝ ਕਿਹੜੀਆਂ ਸੇਲਸ ਤਾਂ ਜ਼ਰੂਰ ਘਟੀਆਂ ਨੇ। ਭਾਈ ਦੇਖੋ ਸੇਲਸ ਤਾਂ ਘਟੀਆਂ ਨੇ ਕਿਉਂਕਿ ਅੱਜ ਕੱਲ ਸਭ ਤੋਂ ਵੱਡੀ ਪ੍ਰੋਬਲਮ ਆਈ ਆ ਰਹੀ ਹੈ ਕਿ ਬਈ ਬਾਇਰ ਪਹਿਲਾਂ ਸੋਚ ਰਿਹਾ ਨਾ ਕਿ ਬਈ ਕੈਨ ਵੀ ਅਫੋਰਡ ਦ ਪ੍ਰਾਪਰਟੀ ਦੈਟ ਵੀ ਆਰ ਪਰਚੇਸਿੰਗ। ਠੀਕ ਹੈ, ਦੇਖੋ ਸਰ ਤੁਸੀਂ ਰੀਅਲਟਰ ਆ, ਮੈਂ ਤੁਸੀਂ ਘਰ ਦਵਾ ਸਕਦੇ ਆ, ਮੈਂ ਮੌਰਗੇਜ ਪ੍ਰੋਫੈਸ਼ਨਲ ਆ, ਮੈਂ ਤੁਹਾਡੀ ਮੌਰਗੇਜ ਅਰੇਂਜ ਕਰਾ ਸਕਦਾ, ਠੀਕ ਆ। ਬਟ ਐਟ ਦੀ ਐਂਡ ਆਫ ਦ ਡੇ ਭਾਜੀ ਡਜ਼ਨਟ ਮੈਟਰ ਹੂ ਸੇਜ਼ ਵਾਟ, ਆਪਾਂ ਨੂੰ ਮੇਕ ਸ਼ੋਰ ਤਾਂ ਆ ਕਹਿਣਾ ਪੈਂਦਾ ਕਿ ਵੀ ਕੀ can our client ਜਾਂ ਕਹਿੰਦਾ ਜਿਹੜਾ ਕੰਜ਼ਿਊਮਰ ਹੈਗਾ can they afford that monthly payment? And ਅੱਜ ਕੱਲ almost 50% of people are saying we cannot afford these payments, and that is also creating a big problem ਕਿਉਂਕਿ we at GNE Mortgages ਆਪਾਂ ਟ੍ਰਾਂਸਪੇਰੈਂਟ ਹੈਗੇ ਆ ਕੀ ਤੁਹਾਡੀ ਵੈਲਿਊਜ਼ ਹੈਗੀਆਂ, ਕੀ ਤੁਹਾਡੀ ਪੇਮੈਂਟਸ ਹੋਣਗੀਆਂ, ਕੀ ਤੁਹਾਡੇ ਖਰਚੇ ਹੋਣਗੇ, ਜੇ ਖਰਚੇ ਹੈਗੇ ਆ ਸਾਰਾ ਅਸੀਂ ਸਰ ਲਿਖ ਕੇ ਦਿੰਨੇ ਤੁਹਾਨੂੰ। ਐਂਡ ਇਸ ਕਰਕੇ ਲਿਖ ਕੇ ਦਿੰਨੇ ਆ ਸੋ ਦੈਟ ਵੈਨ ਯੂ ਆਰ ਇਨ ਯਰ ਡਾਊਨ ਟਾਈਮ ਤੁਸੀਂ ਉਹ ਰਿਵਿਊ ਕਰੋ ਐਂਡ ਉਹਦੇ ਬਾਅਦ ਤੁਸੀਂ ਆਪਣਾ ਡਿਸੀਜਨ ਬਣਾਓ। ਤੁਹਾਨੂੰ ਕੋਈ ਰਸ਼ ਨਹੀਂ ਕਰ ਰਹੇ ਹੈਗੇ ਅਸੀਂ ਕਿ ਭਾਈ ਤੁਸੀਂ ਹੁਣੇ ਰਸ਼ ਕਰ ਮਤਲਬ ਹੁਣੇ ਕੋਈ ਡਿਸੀਜਨ ਬਣਾਓ। ਯੂ ਟੇਕ ਯਰ ਟਾਈਮ, ਯੂ ਟੇਕ ਇੱਕ ਵਾਰ ਕੰਸਲਟੇਸ਼ਨ ਲਓ, 2 ਵਾਰ ਕੰਸਲਟੇਸ਼ਨ ਲਓ, ਭਾਵੇਂ 5 ਵਾਰ ਕੰਸਲਟੇਸ਼ਨ ਲਓ। ਭਾਜੀ 7 ਸਾਲ ਹੋ ਗਏ ਕਦੇ ਵੀ ਨੈਵਰ ਚਾਰਜ ਫॉर ਐਨੀ ਕੰਸਲਟੇਸ਼ਨ, ਫ੍ਰੀ ਕੰਸਲਟੇਸ਼ਨ ਦਿੰਦੇ ਆ। ਐਂਡ ਹਮੇਸ਼ਾ ਜੇ ਸਿਚੁਏਸ਼ਨ ਤੁਹਾਨੂੰ ਫਾਇਦਾ ਕਰੇਗੀ ਉਹ ਸੋਲੂਸ਼ਨ ਤੁਹਾਨੂੰ ਦਿੱਤਾ ਜਾਏਗਾ। ਇਫ ਇਟ ਡਜ਼ ਨਾਟ ਸੋਲਵ ਯੋਰ ਪਰਪਸ, ਠੀਕ ਆ, ਔਰ it will not benefit you long term, ਭਾਜੀ that solution will not be provided। क्यों? Because our clients are trusting us to make that decision for them। ਤੇ ਆਪਾਂ ਜੇ ਉਹਨਾਂ ਨੂੰ ਸਹੀ ਗਾਈਡੈਂਸ ਦੇਵਾਂਗੇ, ਸਹੀ ਪਿਕਚਰ ਦਿਖਾਵਾਂਗੇ ਜਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਨੂੰ ਪੇਮੈਂਟ ਦੱਸਾਂਗੇ ਜੀ, then I have done my job, you as a realtor have done your job। ਕਿਉਂਕਿ ਤੁਸੀਂ ਘਰ ਦਿਖਾ ਰਹੇ ਹੋ, ਜੇ ਕੋਈ ਪਰਚੇਜ਼ ਦੀ ਗੱਲ ਹੋ ਰਹੀ ਆ ਜਾਂ ਕੋਈ ਵੀ ਟ੍ਰਾਂਜੈਕਸ਼ਨ ਤੁਹਾਡੇ ਵੱਲ ਹੋ ਰਹੀ ਆ, ਐਂਡ ਐਟ ਦੀ ਐਂਡ ਆਫ ਦ ਡੇ ਦ ਡਿਸੀਜਨ ਇਜ਼ ਕਲਾਇੰਟ, ਵੀ ਆਰ ਦੇਅਰ ਟੂ ਹੈਲਪ ਦਮ। ਅਸੀਂ ਹੈਲਪ ਕਰ ਰਹੇ ਐਵਰੀ ਸਟੈਪ ਆਫ ਦ ਵੇ। ਮੇਰੇ ਕੋਲ ਕਲਾਇੰਟਸ ਹੁੰਦੇ ਆ ਜਿਹੜੇ ਕਹਿੰਦੇ ਆ ਮੈਂ ਸਾਹਿਬ ਮੈਂ ਤੁਹਾਨੂੰ ਫਲਾਣੇ ਜਗ੍ਹਾ ਦੇਖਿਆ ਸੀਗਾ, ਠੀਕ ਆ, ਮੈਨੂੰ ਇਹ ਦੱਸੋ ਕਿ ਆਹ ਚੀਜ਼ ਕਿੰਨੀ ਮੈਨੂੰ ਮੰਥਲੀ ਪੇਮੈਂਟ ਆਏਗੀ, ਤੁਹਾਡਾ ਕੀ ਓਪੀਨੀਅਨ ਹੈ। ਇਨ ਆਰ ਟਾਈਪ ਆਫ ਬਿਜ਼ਨਸ ਸਰ every client almost 99% ਤੁਸੀਂ ਆਪ ਦੀ ਜੇ ਤੁਸੀਂ ਮੇਰੀ ਜਗ੍ਹਾ ਹੁੰਦੇ ਕੀ ਕਰਦੇ। so if they are taking that a personal approach ਭਾਜੀ then we have to give our correct answer, best answer ਕਿ ਬਈ ਤੁਸੀਂ ਆ ਚੀਜ਼ ਕਰੋ ਜਾਂ ਤੁਸੀਂ ਆ ਚੀਜ਼ ਨਾ ਕਰੋ। ਤੁਹਾਨੂੰ ਆ ਇਹਦੇ ਪ੍ਰੋਜ਼ ਹੈ, ਆ ਇਹਦੇ ਕੌਨਸ ਹੈ, ਇਹਦਾ ਬੈਨੀਫਿਟ ਹੋਏਗਾ ਤੁਹਾਨੂੰ,
ਇਹਦਾ ਨੁਕਸਾਨ ਹੈਗਾ ਐਂਡ ਉਹਦੇ ਹਿਸਾਬ ਨਾਲ ਆਪਾਂ ਇਨਫੋਰਮਡ ਡਿਸੀਜਨ ਬਣਾਈਏ। ਹਾਂਜੀ, ਵਾਕਿਆ ਜਿੱਦਾਂ ਤੁਸੀਂ ਕਿਹਾ ਵੀ ਜਿਹੜੀ ਇੰਟਰਸਟ ਰੇਟ ਵਧਣ ਕਰਕੇ ਜਿਹੜੀ ਨੇ ਮੌਰਗੇਜ ਕਾਫੀ ਜ਼ਿਆਦਾ ਉੱਪਰ ਚਲੀ ਗਈ ਹੈਗੀ ਆ, ਤੇ ਉਹਦੇ ਵਿੱਚ ਲੋਕਾਂ ਦੀ ਜਿਹੜੀ ਹੈਗਾ ਸੀਗਾ 5-6 ਹਜ਼ਾਰ ਡਾਲਰ ਜਿਹੜਾ ਹੈਗਾ ਐਕਸਟਰਾ ਜਿਹੜਾ ਜਿਨ੍ਹਾਂ ਦਾ ਵੈਰੀਏਬਲ ਸੀਗਾ ਉਹਨਾਂ ਨੂੰ ਪੇ ਕਰਨਾ ਪੈ ਰਿਹਾ। ਦੈਟਸ ਰੀਅਲੀ ਵੈਰੀ ਹਾਰਡ ਸਮਾਂ ਹੈਗਾ ਗੋ ਥਰੂ ਹੋ ਰਹੇ ਨੇ, ਜਿਨ੍ਹਾਂ ਦੀ ਪਹਿਲਾਂ 5000 ਸੀ ਹੁਣ 10 ਤੋਂ 12000 ਡਾਲਰ। ਮੈਂ ਕਈ ਕਲਾਇੰਟ ਨੂੰ ਜਾਣਦਾ ਹੈਗਾ, ਉਹਨਾਂ ਕੋਲ ਪਹਿਲਾਂ 5000 ਸੀਗੇ, ਹੁਣ ਉਹਨਾਂ ਦਾ ਵੈਰੀਏਬਲ ਸੀਗਾ ਕਿਉਂ ਘਰ ਮਹਿੰਗੇ ਸੀਗੇ, ਵੱਡੇ ਸੀਗੇ, ਹੁਣ ਉਹਨਾਂ ਦੀ ਜਿਹੜੀ ਮੌਰਗੇਜ ਹੈਗੀ ਆ 10 ਤੋਂ 12000 ਡਾਲਰ ਜਿਹੜਾ ਹੈਗਾ ਮੰਥਲੀ ਉਹਨਾਂ ਨੂੰ ਪੇ ਕਰਨਾ ਪੈ ਰਿਹਾ। ਉਹ ਕਿੱਥੋਂ ਪੇ ਕਰਦੇ ਨੇ ਤੁਹਾਨੂੰ ਵੀ ਪਤਾ ਹੈਗਾ ਜੀ, ਘਰ ਦੇ ਵਿੱਚੋਂ ਐਕੁਇਟੀ ਬਣਾ ਕੇ ਜਾਂ ਉਹਨਾਂ ਨੂੰ ਫਿਰ ਜਿਹੜਾ ਹੈਗਾ ਉਹ ਜਿਹੜਾ ਵਿੱਚੋਂ ਕਰ ਰਹੇ ਨੇ, ਕਿਉਂਕਿ ਜਿਹੜੀ ਘਰ ਦੇ ਵਿੱਚ ਇਨਕਮ ਹੈਗੀ ਉਹੀ ਆਪਾਂ ਨੂੰ ਪਤਾ ਹੈਗਾ ਜੀ। ਜੇ 5-6 ਹਜ਼ਾਰ ਮੌਰਗੇਜ ਹੈ, ਜੇ ਘਰ ਵਿੱਚ 10,000 ਡਾਲਰ ਆਉਂਦਾ ਹੈਗਾ ਤਾਂ ਤੁਸੀਂ ਜਿਹੜੀ 5000 ਮੌਰਗੇਜ ਪੇ ਕਰ ਸਕਦੇ ਹੋ। ਬਾਕੀ ਉਹਦੇ ਨਾਲ ਤੁਹਾਡੇ ਜਿਹੜੇ ਐਕਸਟਰਾ ਹੋਰ ਜਿਹੜੇ ਐਕਸਪੈਂਸਿਵ ਹੈਗੇ ਨੇ, ਕਾਰਾਂ ਦੀ ਇੰਸ਼ੋਰੈਂਸ, ਤੁਹਾਡੀ ਘਰ ਦੀ ਗਰੋਸਰੀ, ਜਿਹੜੇ ਹੋਰ ਇੰਸ਼ੋਰੈਂਸ ਜਿਹੜੇ ਹੋਰ ਹੁੰਦੇ ਨੇ, ਤੇ ਤਾਂ ਕਰਕੇ ਉਹਨਾਂ ਦੀ 10 ਤੋਂ 12000 ਡਾਲਰ ਜਿਹੜੀ ਮੌਰਗੇਜ ਹੈ, ਅਗਰ ਜੇ ਹੋਰ ਇੰਟਰਸਟ ਇਨਕਰੀਜ਼ ਕਰਦੇ ਹੈਗੇ ਨੇ ਤਾਂ ਜ਼ਰੂਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਮਾਰਕੀਟ ਦੇ ਵਿੱਚ ਇਫੈਕਟ ਜਿਹੜਾ ਹੈਗਾ ਦੇਖਣ ਨੂੰ ਤੁਹਾਨੂੰ ਸਾਹਮਣੇ ਜਿਹੜਾ ਨਜ਼ਰ ਆਊਗਾ। ਤੇ ਜੂਨ ਸਪੈਸ਼ਲ ਦੇ ਵਿੱਚ ਆਪਾਂ ਆਪਣਾ ਨਗਰ ਸਾਹਿਬ ਕੀ ਸਪੈਸ਼ਲ ਚੱਲਦਾ ਪਿਆ ਹੈਗਾ ਜੂਨ ਮਹੀਨੇ ਦੇ ਵਿੱਚ? ਬਿਲਕੁਲ ਭਾਜੀ, ਦੇਖੋ ਜਿਹੜੀ ਚੀਜ਼ ਤੁਸੀਂ ਹੁਣੇ ਜਿਹੜੀ ਕਹੀ ਆ, ਤੁਸੀਂ ਜਿਹੜਾ ਐਗਜ਼ਾਮਪਲ ਦਿੱਤਾ ਹੈਗਾ ਕਿ ਇੱਕ ਇੰਡੀਵਿਜੂਅਲੀ ਤੁਹਾਡੇ ਕਲਾਇੰਟ ਹੈਗੇ ਜਿਨ੍ਹਾਂ ਦੀ ਮੰਥਲੀ ਪੇਮੈਂਟ 5000 ਡਾਲਰ ਤੋਂ ਲੈ ਕੇ 12000 ਡਾਲਰ ਪਹੁੰਚ ਗਈ ਆ। ਹੁਣ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਹੈਗਾ, ਕਿਸੇ ਦੀ ਵੀ ਇਨਕਮ ਰਾਈਟ ਅਵੇ ਇੰਨੀ ਡਬਲ ਨਹੀਂ ਹੋ ਜਾਂਦੀ ਜਿੰਨੇ ਉਹਨਾਂ ਦੇ ਖਰਚੇ ਹੈਗੇ ਆ, ਤੇ ਉਹ ਚੀਜ਼ ਨੂੰ ਧਿਆਨ ਰੱਖਣਾ ਜ਼ਰੂਰੀ ਹੈਗਾ। ਐਂਡ ਉਹਦੇ ਲਈ ਬਹੁਤ ਜਿਹੜੇ ਲੋਕੀ ਹੈਗੇ ਆ ਉਹ ਆਪਣੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਲੈ ਰਹੇ ਹੈਗੇ ਆ। ਦੇਖੋ ਅਸੀਂ ਔਨ ਏਅਰ ਭਾਜੀ ਦੱਸ ਰਹੇ ਹੈਗੇ ਆ, ਸੈਕਿੰਡ ਮੌਰਗੇਜ ਇਜ਼ ਨਾਟ ਅ ਸੋਲੂਸ਼ਨ, ਕਿਉਂਕਿ ਕਾਫੀ ਸਾਡੇ ਕੋਲ ਲੋਕੀ ਆਉਂਦੇ ਨੇ ਕਹਿੰਦੇ ਵੀ ਜੇ ਆਪਾਂ ਹੀਲੌਕ ਨਾ ਲਈਏ ਆਪਾਂ ਸੈਕਿੰਡ ਮੌਰਗੇਜ ਲੈ ਲੈਂਦੇ ਆ। ਦੇਖੋ ਸਰ, ਸੈਕਿੰਡ ਮੌਰਗੇਜ ਇਜ਼ ਨਾਟ ਚੀਪ, ਵੈਰੀ ਐਕਸਪੈਂਸਿਵ। ਠੀਕ ਆ, ਸੈਕਿੰਡ ਮੌਰਗੇਜ ਤੁਸੀਂ ਤਾਂ ਹੀ ਲਓ ਜਦ ਤੁਹਾਡੇ ਕੋਲ ਹੋਰ ਕੋਈ ਓਪਰਚੁਨਿਟੀ ਜਾਂ ਆਪਸ਼ਨ ਨਹੀਂ ਹੈਗਾ। ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਅਸੀਂ ਕਿਉਂ ਕਹਿ ਰਹੇ ਹੈਗੇ ਲੈਣ ਵਾਸਤੇ, ਕਿਉਂਕਿ ਜਦ ਤੁਸੀਂ ਘਰ ਲਿਆ ਸੀ, ਔਨ ਐਵਰੇਜ ਗੱਲ ਕਰਦੇ ਸਰ, ਜੇ ਇੱਕ ਇੰਡੀਵਿਜੂਅਲ ਨੇ ਅੱਜ ਤੋਂ 10 ਸਾਲ ਪਹਿਲਾਂ ਘਰ ਲਿਆ ਸੀ, ਠੀਕ ਆ, ਐਟ ਦੈਟ ਟਾਈਮ ਦੇ ਵਰ ਵਰਕਿੰਗ ਫॉर दैट ਪ੍ਰੋਪਰਟੀ। ਹੁਣ ਜੇ ਤੁਹਾਨੂੰ ਹਾਰਡ ਟਾਈਮ ਦੇ ਵਿੱਚ ਜੇ ਤੁਹਾਨੂੰ ਪੈਸੇ ਧੇਲੇ ਦੀ ਰਿਕੁਆਇਰਮੈਂਟ ਆ, ਦੈਟ ਹਾਊਸ ਇਜ਼ ਰੈਡੀਲੀ ਅਵੇਲੇਬਲ ਫॉर ਯੂ ਐਂਡ ਉਹ ਪੈਸਾ ਤੁਹਾਨੂੰ ਦੇ ਰਿਹਾ ਹੈਗਾ। ਉਹ ਪੈਸਾ ਲੈ ਕੇ ਤੁਸੀਂ ਜੇ ਵੀ ਤੁਹਾਡੀ ਸ਼ਾਰਟਫਾਲ ਆ ਰਹੀ ਹੈ ਪੈਸੇ ਦੀ, ਠੀਕ ਹੈ, ਉਹ ਪੈਸਾ ਲੈ ਕੇ ਤੁਸੀਂ ਆਪਣੀ ਐਕਸਪੈਂਸਿਸ ਕਵਰ ਕਰ ਸਕਦੇ ਹੋ। ਵੀ ਰੀਅਲੀ ਹੋਪ that this would be a temporary solution for you, but in a long term it would be a benefit for you। ਕਿਉਂ? ਕਿਉਂਕਿ ਤੁਹਾਡਾ ਜਿਹੜਾ ਕਰਜ਼ਾ ਹੈਗਾ ਉਹ ਨਹੀਂ ਵਧ ਰਿਹਾ ਹੈਗਾ, ਤੁਹਾਡੀ ਲਾਇਬਿਲਿਟੀ ਜਿਹੜੀ ਹੈਗੀ ਉਹ ਪੇ ਆਫ ਹੋ ਰਹੀਆਂ ਨੇ, ਤੁਹਾਡਾ ਕ੍ਰੈਡਿਟ ਜਿਹੜਾ ਹੈਗਾ ਉਹ ਇੰਪਰੂਵ ਹੋ ਰਿਹਾ ਹੈਗਾ, ਐਂਡ that is gonna impact a person in a positive way overall। ਤੇ ਇਸ ਲਈ ਹਮੇਸ਼ਾ ਕਹਿੰਦੇ ਆ ਕਿ ਭਾਜੀ ਦੇਖੋ ਜਿਹੜਾ ਆਪਾਂ ਸਪੈਸ਼ਲ ਲੈ ਕੇ ਆਏ ਹੈਗੇ, ਕਿਉਂ ਲੈ ਕੇ ਆਏ ਹੈਗੇ, ਕਿਉਂਕਿ ਅਸੀਂ ਐਟ GNE ਮੌਰਗੇਜ ਆਲਸੋ ਲੈਂਡਰਸ ਨਾਲ ਨੈਗੋਸ਼ੀਏਟ ਕਰਦੇ ਆ ਰੇਟਸ, ਟਰਮਸ ਐਂਡ ਐਨੀ special options that they have। for example ਕਿ ਆ ਜਿਹੜਾ ਟਰਮ ਹੈਗਾ 25 ਸਾਲ ਤੋਂ 30 ਸਾਲ ਹੋ ਸਕਦਾ, on a regular amortization ਉਹ 25 ਸਾਲ ਹੀ ਹੁੰਦਾ ਹੈਗਾ। ਬਟ ਮੈਕਸਿਮਮ, ਸੌਰੀ ਮੈਂ ਇੱਥੇ ਤੁਹਾਨੂੰ ਰੋਕ ਰਿਹਾ ਹੈਗਾ, ਜਿਹੜਾ ਆਪਾਂ ਟਰਮ ਉਹ ਕਿੰਨੇ ਮੈਕਸਿਮਮ ਆਪਾਂ ਉਹਨੂੰ ਐਕਸਟੈਂਡ ਕਰ ਸਕਦੇ ਹੈਗੇ, ਵਧਾ ਸਕਦੇ ਹਾਂ ਭਾਜੀ? ਫॉर द ਮੰਥ ਆਫ ਜੂਨ ਆਈ ਕੈਨ ਸੇ ਕਿ ਅਸੀਂ 30 ਇਅਰਸ ਤੱਕ ਕਰ ਸਕਦੇ ਹਾਂ, ਬਟ ਉਹ ਐਕਸੈਪਸ਼ਨ ਟੂ ਐਕਸੈਪਸ਼ਨ ਹੁੰਦਾ ਕਿ ਬਈ ਅਗਲੇ ਦੀ ਇਨਕਮ ਕਿੰਨੀ ਹੈਗੀ ਆ, ਕੀ ਉਹਦੀ ਅਫੋਰਡੇਬਿਲਿਟੀ ਹੈਗੀ ਆ। ਐਂਡ ਦ ਸੈਕੰਡ ਪਾਰਟ ਇਜ਼ how long they have purchased, how long they have kept the property for। ਜੇ ਉਹ property is kept for a long period of time and ਤੁਹਾਡੀ this is just a temporary solution, sorry temporary problem for you, then ਉਹ ਆਪਾਂ extend ਕਰ ਸਕਦੇ ਹਾਂ to give you a more breathing room। okay, ਠੀਕ ਆ, ਤੇ maximum 30 years ਦੀ amortization ਦੇ ਸਕਦੇ ਹਾਂ and maximum $1 million ਦੇ ਸਕਦੇ ਹਾਂ। ਸਰ $1 million ਦੇਣਾ is a big amount। ਕਿਉਂ? ਕਿਉਂਕਿ ਜਿੰਨੀ ਵੀ ਤੁਹਾਡੀ ਅਪਰੇਜ਼ਲ ਹੋ ਰਹੀ ਆ ਆਪਾਂ ਉਹਦਾ ਅਪ ਟੂ 75% ਪੈਸਾ ਦੇ ਰਹੇ ਆ ਮਾਈਨਸ ਯੋਰ ਮੌਰਗੇਜ ਅਮਾਊਂਟ, ਜੇ ਅਗਰ ਤੁਹਾਡੀ ਮੌਰਗੇਜ ਹੈਗੀ ਆ। ਜੇ ਮੌਰਗੇਜ ਨਹੀਂ ਹੈਗੀ ਆ ਤਾਂ ਆਪਾਂ ਫਸਟ ਪੋਜੀਸ਼ਨ ਤੇ ਵੀ ਤੁਹਾਨੂੰ ਪੂਰੀ ਲਾਈਨ ਆਫ ਕ੍ਰੈਡਿਟ ਦੇ ਸਕਦੇ ਅਪ ਟੂ $1 million। ਜੀ, ਸਾਰਾ ਦਾ ਸਾਰਾ ਕੰਮ ਪ੍ਰੋਪਰ ਬੈਂਕ ਨਾਲ, ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਆ। ਔਨ ਟਾਈਮ ਜਿਹੜੀ ਹੈਗੀ ਕਲੋਜ਼ਿੰਗ ਕਰਾ ਸਕਦੇ ਆ, ਵਿਦਿਨ 15 to 18 ਡੇਜ਼ ਦੇ ਵਿੱਚ ਪੂਰੀ ਫਾਈਨੈਂਸਿੰਗ ਹੋ ਸਕਦੀ ਹੈ। ਸਭ ਤੋਂ ਵੱਡੀ ਗੱਲ, ਇੰਟਰਸਟ ਤੁਹਾਡਾ ਉੱਤੇ ਹੀ ਪੈਂਦਾ ਹੈਗਾ ਜਿੰਨਾ ਅਮਾਊਂਟ ਤੁਸੀਂ ਯੂਜ਼ ਕਰਦੇ ਹੋ। ਜਿਹੜਾ ਅਮਾਊਂਟ ਤੁਸੀਂ ਯੂਜ਼ ਨਹੀਂ ਕਰਦੇ ਉਹਦੇ ਉੱਤੇ ਕੋਈ ਇੰਟਰਸਟ ਨਹੀਂ ਹੈਗਾ ਜਦੋਂ ਤੱਕ ਤੁਸੀਂ ਯੂਜ਼ ਨਹੀਂ ਕਰਦੇ।
ਜੇ ਕਿਸੇ ਦੀ ਕ੍ਰੈਡਿਟ ਬਰੂਸਡ ਹੈਗਾ, ਇਨਕਮ ਘੱਟ ਹੈਗੀ ਆ, ਨੋ ਇਨਕਮ ਤੇ ਹੋ, ਸੈਲਫ ਡਿਕਲੇਅਰਡ ਇਨਕਮ ਤੇ ਹੋ, ਸੈਲਫ ਇੰਪਲੋਇਡ ਹੋ, ਤਾਂ ਵੀ ਜਿਹੜੀ ਹੈਗੀ ਤੁਹਾਡੀ ਫਾਈਨੈਂਸਿੰਗ ਆਪਾਂ ਕਰ ਸਕਦੇ ਹਾਂ। ਤੁਹਾਡੇ ਸਾਰੇ ਕਰਜ਼ੇ ਪੇ ਆਫ ਕਰਕੇ ਤੁਹਾਨੂੰ ਕ੍ਰੈਡਿਟ ਰੀਬਿਲਡਿੰਗ ਪ੍ਰੋਗਰਾਮ ਦੇ ਵਿੱਚ ਵੀ ਭਾਜੀ ਇਨਰੋਲ ਕਰ ਦਿੱਤਾ ਜਾਂਦਾ ਹੈਗਾ, ਜਿੱਥੇ ਉਹਨਾਂ ਨੂੰ ਕ੍ਰੈਡਿਟ ਵੀ ਇੰਪਰੂਵ ਹੋਏ ਕਰੀਦਾ ਹੁੰਦਾ ਐਂਡ ਉਹਨਾਂ ਦੀ ਸਾਰੀ ਲਾਇਬਿਲਿਟੀਜ਼ ਵੀ ਪੇ ਕਰੀਦੀ ਹੁੰਦੀ ਆ ਐਂਡ ਉਹਨਾਂ ਨੂੰ ਇੱਕ ਪੋਜ਼ਿਟਿਵ ਪਲੱਸ ਪੁਆਇੰਟ ਆਫ ਵਿਊ ਤੇ ਲੈ ਕੇ ਜਾਂਦੇ ਜੀ। ਕਿਉਂਕਿ ਕਰਜ਼ਾ ਇਜ਼ one of the worst thing that is creating a lot of anxiety in people's life। ਜੀ ਵਾਕਈ ਸਹੀ ਗੱਲ ਆ, ਤੁਸੀਂ ਬੜੇ ਹੀ ਡਿਟੇਲ ਦੇ ਵਿੱਚ ਦੱਸਿਆ। ਜਿਹੜਾ ਕਰਜ਼ਾ ਹੈਗਾ ਕਹਿੰਦੇ ਪਿੰਡਾਂ ਦੇ ਵਿੱਚੋਂ ਆਇਆ ਜੀ, ਕਹਿੰਦੇ ਸਿਉਂਖ ਦਾ ਘੁਣਾ ਹੁੰਦਾ ਜਿੱਦਾਂ ਹਨਾ, ਇਦਾਂ ਖਾ ਜਾਂਦਾ ਹੈਗਾ। ਇਸ ਕਰਕੇ ਜਿਹੜਾ ਕਰਜ਼ਾ ਹੁੰਦਾ ਹੈਗਾ ਬੰਦੇ ਵਾਂਗੂ ਘੁਣੇ ਨੂੰ ਜਿੱਦਾਂ ਲੱਗਿਆ ਹੁੰਦਾ ਹੈਗਾ, ਇਦਾਂ ਬੰਦੇ ਨੂੰ ਕਿੱਦਾਂ ਫਿਰ ਬਿਮਾਰੀਆਂ ਐਗਜ਼ਾਇਟੀ ਜਿੱਦਾਂ ਹੁੰਦੀ ਹੈਗੀ ਆ, ਹੋਰ ਬਿਮਾਰੀਆਂ ਲੱਗਦੀਆਂ ਨੇ। ਇਸ ਕਰਕੇ ਤੁਸੀਂ ਮਹਿਕਮਾ ਸਾਹਿਬ ਦੇ ਨਾਲ ਗੱਲ ਕਰ ਲਓ, ਤੁਹਾਨੂੰ ਕਰਜ਼ੇ ਤੋਂ ਵੀ ਰਹਿਤ ਕਰ ਦੇਣਗੇ। ਕਿੱਦਾਂ ਆਪਾਂ ਜਿਹੜੀ ਹੈਗੀ ਆ ਮਿਲੀਅਨ ਆਫ ਡਾਲਰ, ਲੱਖਾਂ ਡਾਲਰਾਂ ਦੀ ਜਿਹੜੀ ਸੇਵਿੰਗ ਕਰ ਸਕਦੇ ਆ, ਤੁਹਾਨੂੰ ਇੰਟਰਸਟ ਰੇਟ ਤੋਂ ਵੀ ਤੁਹਾਨੂੰ ਬੈਸਟ ਜਿਹੜਾ ਰੇਟ ਆ ਤੁਹਾਡਾ ਕ੍ਰੈਡਿਟ ਚੈੱਕ ਕਰਕੇ ਤੁਹਾਨੂੰ ਜਿਹੜਾ ਵਧੀਆ ਰੇਟ ਜਿਹੜਾ ਲੈ ਕੇ ਦੇਣਗੇ। ਤੁਸੀਂ ਭਾਵੇਂ ਕਮਰਸ਼ੀਅਲ ਮਾਰਗੇਜ ਕਰਾਉਣੀ, ਭਾਵੇਂ ਰੈਜ਼ੀਡੈਂਸ਼ੀਅਲ ਕਰਾਉਣੀ ਹੈਗੀ ਆ, ਤਾਂ ਤੁਸੀਂ ਇੱਕੋ ਇੱਕ ਨੰਬਰ ਸਕਰੀਨ ਤੇ ਦਿੱਤੇ ਗਏ ਨੰਬਰ ਨੇ, ਤੁਸੀਂ ਐਨੀ ਟਾਈਮ ਕਾਲ ਵੀ ਕਰ ਸਕਦੇ ਹੋ 647 702 2023 ਦੇ ਉੱਤੇ 6477022023 ਦੇ ਉੱਤੇ ਕਾਲ ਕਰ ਸਕਦੇ ਹੋ ਤੁਸੀਂ। ਅਖੀਰ ਦੇ ਵਿੱਚ ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ। ਸਾਨੂੰ ਪਿਛਲੇ ਦਿਨਾਂ ਦੇ ਵਿੱਚ ਆਪਣੇ ਕੋਲ ਜਿਹੜੀਆਂ ਪ੍ਰੋਪਰਟੀਜ਼ ਆਈਆਂ ਹੋਈਆਂ ਨੇ ਜੀ, ਜਿਹੜੀ ਲੈਂਡ ਆ ਉਹਦੇ ਉੱਤੇ ਮੇਰੇ ਤੋਂ ਪੁੱਛ ਰਹੇ ਸੀਗੇ, ਕਹਿੰਦੇ ਜੀ ਅਸੀਂ ਜੇ ਲੈਂਡ ਲੈ ਕੇ ਉੱਤੇ ਘਰ ਬਣਾਉਣਾ ਹੋਵੇ, ਲੈਂਡ ਤੋਂ ਲੈ ਕੇ ਘਰ ਬਣਾਉਣ ਤੱਕ ਕੀ ਤੁਸੀਂ ਸਾਰੀ ਉਹਦੀ ਟੇਕ ਕੇਅਰ ਕਰੋਗੇ? ਬਿਲਕੁਲ ਸਰ ਜੀ। ਦੇਖੋ ਸਰ, ਲੈਂਡ ਫਾਈਨੈਂਸਿੰਗ ਵੀ ਸਪੈਸ਼ਲਾਈਜ਼ ਇਨ ਦੈਟ ਜੀ। ਜੇ ਤੁਸੀਂ ਦੇਖੋ, ਉਹ ਲੈਂਡ ਫਾਈਨੈਂਸਿੰਗ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਜਾਂ ਤਾਂ ਤੁਸੀਂ ਲੈਂਡ ਓਨ ਕੀਤੀ ਹੋਈ ਆ ਐਂਡ ਤੁਸੀਂ ਉਹਦੇ ਵਿੱਚ ਲੈਟਸ ਸੇ ਕੰਸਟਰਕਸ਼ਨ ਕਰ ਰਹੇ ਹੋ ਘਰ ਦੀ, ਤੁਸੀਂ ਕੰਸਟਰਕਸ਼ਨ ਫਾਈਨੈਂਸਿੰਗ ਪੂਰੀ ਕਰਾਉਂਦੇ ਆ, ਜਿਹਦੇ ਵਿੱਚ ਤੁਹਾਨੂੰ 80% ਲੋਨ ਟੂ ਵੈਲਿਊ ਤੇ ਚਾਹੀਦਾ ਹੁੰਦਾ, ਜਿੱਥੇ ਤੁਸੀਂ 20% ਡਾਊਨ ਪਾਉਂਦੇ ਹੋ। ਐਂਡ ਜਦੋਂ ਤੁਹਾਡੀ ਪੂਰੀ ਘਰ ਬਣ ਜਾਂਦਾ ਹੈਗਾ ਵਿਦਿਨ 24 to 48 ਮੰਥਸ ਦੇ ਵਿੱਚ, ਉਹ ਤੋਂ ਬਾਅਦ ਤੁਹਾਡੀ ਪੂਰੀ ਮੌਰਗੇਜ ਜਿਹੜੀ ਹੈਗੀ ਉਹ ਆਪਾਂ ਪੂਰੀ ਕਰਾ ਕੇ ਦਿੱਤੀ ਜਾਂਦੀ ਹੈ, ਉਹ ਵੀ ਪ੍ਰੋਪਰ ਬੈਂਕ ਤੋਂ। ਇਹਦੇ ਵਿੱਚ ਸਰ ਦੇਖੋ ਕੈਚ ਆ ਹੈਗਾ ਕਿ ਯੂ ਹੈਵ ਟੂ ਹੈਵ ਦੀ ਲੈਂਡ ਓਨਡ। ਇਹ ਨਹੀਂ ਹੋਣਾ ਚਾਹੀਦਾ ਕਿ ਲੈਂਡ ਦੇ ਉੱਤੇ ਵੀ ਆਪਾਂ ਮੌਰਗੇਜ ਕੀਤੀ ਹੋਈ ਆ ਐਂਡ ਉਹ ਵੀ ਆਊਟਸਟੈਂਡਿੰਗ ਆ, ਨਾਲ ਦੇ ਨਾਲ ਆਪਾਂ ਫਾਈਨੈਂਸਿੰਗ ਹੁਣ ਕੰਸਟਰਕਸ਼ਨ ਦੀ ਵੀ ਕਹਿ ਰਹੇ ਹੈਗੇ, ਕਿਉਂਕਿ ਉਹਦੇ ਵਿੱਚ ਫਿਰ ਭਾਜੀ ਅੱਜ ਦੀ ਮਾਰਕੀਟ ਦੇ ਵਿੱਚ ਵੈਲਿਊ ਬਚਦੀ ਨਹੀਂ ਹੈਗੀ ਆ, ਦੈਨ ਦੈਟ ਵਿਲ ਕ੍ਰੀਏਟ ਅ ਪ੍ਰੋਬਲਮ ਫॉर ਯੂ। ਤਾਂ ਇਸ ਕਰਕੇ ਕਹਿੰਦੇ ਆ ਕਿ ਜਿਹੜਾ ਵੀ ਤੁਸੀਂ ਬਿਲਡਰ ਲਓ ਸ਼ੁੱਡ ਬੀ ਟੈਰੀਓਨ ਸਰਟੀਫਾਈਡ, ਕਿਉਂਕਿ ਟੈਰੀਓਨ ਸਰਟੀਫਾਈਡ ਬਿਲਡਰ ਨਹੀਂ ਹੈਗਾ ਦੈਨ ਯੂ ਵਿਲ ਹੈਵ ਅ ਪ੍ਰੋਬਲਮ ਵਿਦ ਇੰਸ਼ੋਰੈਂਸ। ਤਾਂ ਟੈਰੀਓਨ ਸਰਟੀਫਾਈਡ ਬਿਲਡਰ ਲੈ ਕੇ ਤੁਸੀਂ ਆਪਣੀ ਪੂਰੀ ਡਰਾਇੰਗਸ ਬਣਵਾਓ, ਕੀ ਤੁਹਾਡੇ ਆਪਸ਼ਨਸ ਹੈਗੇ ਉਹ ਦੇਖੋ ਐਂਡ ਸਿਟੀ ਅਪਰੂਵਲ ਸਾਰੇ ਲੈ ਕੇ ਤੁਹਾਡੀ ਪੂਰੀ ਫਾਈਨੈਂਸਿੰਗ ਅਸੀਂ ਕਰਾ ਸਕਦੇ ਹਾਂ ਜੀ। ਇੱਕ ਨੰਬਰ 647 702 2023 ਦੇ ਉੱਤੇ ਮਹਿਕਮਾ ਡਾਂਗਰ ਸਾਹਿਬ ਦੇ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ। ਤੇ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ? ਬਸ ਭਾਜੀ ਮੈਂ ਅਖੀਰ ਦੇ ਵਿੱਚ ਆਪਣੇ ਭੈਣ ਭਰਾਵਾਂ ਨੂੰ ਇੱਕੋ ਹੀ ਚੀਜ਼ ਕਹਿਣਾ ਚਾਹੂੰਗਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਆ। ਆਪਾਂ ਨੇ ਆਲਰੇਡੀ 14-15 ਮਹੀਨੇ ਇੰਟਰਸਟ ਰੇਟ ਦਾ ਹਾਈਕ ਦੇਖ ਲਿਆ ਹੈਗਾ, ਦਿਸ ਇਜ਼ ਕਮਿੰਗ ਟੂਵਰਡਸ ਦ ਟੇਲ ਐਂਡ ਆਫ ਇਟ। ਤੇ ਆਪਾਂ ਦੇਖ ਰਹੇ ਹੈਗੇ, ਵੀ ਆਰ ਆਲਸੋ ਕੀਪਿੰਗ ਦ ਟਰੈਕ ਆਫ ਦ ਮਾਰਕੀਟ, ਵੀ ਆਰ ਨਾਟ ਸੀਇੰਗ ਐਨੀਥਿੰਗ ਮੇਜਰ ਦੈਟਸ ਗੋਨਾ ਚੇਂਜ। ਜਿਨ੍ਹਾਂ ਕੋ ਵੇਰੀਏਬਲ ਮੌਰਗੇਜਿਸ ਹੈਗੀਆਂ ਉਹ ਭੈਣ ਭਰਾ ਆਪਣੇ ਲੈਂਡਰਸ ਨਾਲ ਗੱਲ ਕਰ ਲੈਣ, ਠੀਕ ਆ ਜੀ। ਐਂਡ ਜੇ ਉਹਨਾਂ ਦੀ ਤੁਹਾਨੂੰ ਗੱਲ ਨਹੀਂ ਸਮਝ ਆ ਪਾ ਰਹੀ ਹੈ ਜਾਂ ਤੁਹਾਨੂੰ ਕੋਈ ਕਮਿਊਨੀਕੇਸ਼ਨ ਬੈਰੀਅਰ ਹੈਗਾ, ਤੁਸੀਂ ਸਾਡੇ ਆਫਿਸ ਆ ਸਕਦੇ ਆ। ਅਸੀਂ ਜਿਹੜਾ ਹੈਗਾ ਤੁਹਾਡੇ ਲੈਂਡਰ ਨਾਲ ਤੁਹਾਡੇ ਸਾਹਮਣੇ ਗੱਲ ਕਰ ਸਕਦੇ ਹਾਂ ਆਥੋਰਾਈਜੇਸ਼ਨ ਲੈ ਕੇ ਐਂਡ ਤੁਹਾਨੂੰ ਸਮਝਾ ਸਕਦੇ ਆ ਕੀ ਆਪਸ਼ਨਸ ਹੈਗੀਆਂ। ਜੇ ਤੁਹਾਡੀ ਕਲੋਜ਼ਿੰਗ ਜਿਹੜੀ ਹੈਗੀ ਹੈ ਵਿਦ ਇਨ ਦ ਨੈਕਸਟ 30-60 ਡੇਜ਼ ਦੇ ਵਿੱਚ ਆ ਰਹੀ ਹੈ, ਰਿਨੂਅਲ ਦੀ ਮੈਂ ਗੱਲ ਕਰ ਰਿਹਾ ਸਰ, ਤਾਂ ਤੁਸੀਂ ਦੇਖੋ ਕਿ ਜੇ ਤੁਹਾਨੂੰ 1 ਈਅਰ ਜਾਂ 2 ਈਅਰ ਦਾ ਫਿਕਸਡ ਆਪਸ਼ਨ ਵੀ ਮਿਲ ਸਕਦਾ ਹੈਗਾ, ਦੈਟ ਇਜ਼ ਆਲਸੋ ਵੈਰੀ ਗੁੱਡ ਆਪਸ਼ਨ। ਕਿਉਂਕਿ ਇਹ ਨਾ ਹੋਵੇ ਜੇ ਤਾਂ ਤੁਹਾਡੀ ਮੰਥਲੀ ਪੇਮੈਂਟ ਕਾਫੀ ਜ਼ਿਆਦਾ ਉੱਤੇ ਹੋ ਰਹੀ ਹੈ ਐਂਡ ਅਫੋਰਡ ਨਹੀਂ ਹੋ ਰਹੀ ਹੈ, ਦੈਨ ਯੂ ਵਿਲ ਹੈਵ ਮੋਰ ਪ੍ਰੋਬਲਮ ਜੇ ਇੰਟਰਸਟ ਰੇਟ ਹੋਰ ਉੱਤੇ ਹੋ ਜਾਂਦਾ ਹੈਗਾ। ਤਾਂ ਇਸ ਕਰਕੇ ਕਹਿੰਦੇ ਆ ਕਿ ਆਪਣੇ ਆਪਸ਼ਨਸ ਦੇਖੋ। ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ। ਸਾਡਾ ਆਫਿਸ 7 ਦਿਨ ਖੁੱਲ੍ਹਿਆ ਹੈਗਾ ਜੀ ਐਂਡ ਆਪਣਾ ਆਫਿਸ ਮਿਸਾਗਾ ਦੇ ਵਿੱਚ ਹੀ ਹੈਗਾ, ਮੈਥਸਨ ਕੈਨੇਡੀ ਤੇ 409 ਮੈਥਸਨ ਬੁਲੇਵਾਰਡ ਈਸਟ ਮਿਸਾਗਾ ਦੇ ਵਿੱਚ ਹੈਗਾ ਐਂਡ 7 ਦਿਨ ਖੁੱਲ੍ਹਿਆ ਹੁੰਦਾ। ਆਵਰਸ ਹੈਗੇ ਮੰਡੇ ਟੂ ਫਰਾਈਡੇ 9 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ, ਸੈਟਰਡੇ ਨੂੰ 9 ਤੋਂ 6, ਸੰਡੇ ਨੂੰ 11 ਤੋਂ 4 ਐਂਡ ਜੇ ਤੁਸੀਂ ਕਿਤੇ ਦੂਰ ਰਹਿੰਦੇ ਹੋ
ਤੁਸੀਂ ਆ ਨਹੀਂ ਸਕਦੇ ਸਾਡੇ ਕੋਲੇ, ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਆ। ਅਸੀਂ ਵਰਚੁਅਲੀ ਵੀ ਤੁਹਾਨੂੰ ਸੇਮ ਲੈਵਲ ਆਫ ਸਰਵਿਸ ਦੇ ਸਕਦੇ ਹਾਂ। ਵਰਚੁਅਲੀ ਵੀ ਤੁਸੀਂ ਮੇਰੇ ਨਾਲ ਬਾਈ ਅਪਾਇੰਟਮੈਂਟ ਗੱਲ ਕਰ ਸਕਦੇ ਆ, ਜਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਤੁਹਾਡੀ ਰਿਕੁਆਇਰਮੈਂਟ ਹੈ, ਉਹਦਾ ਆਪਾਂ ਜਿਹੜਾ ਹੈਗਾ ਤੁਹਾਨੂੰ ਰਾਈਟ ਵਿੱਚ ਜਵਾਬ ਵੀ ਦਿੱਤੇ ਆ। ਜੇ ਤੁਸੀਂ ਕੋਈ ਤੁਹਾਡਾ ਫੋਨ ਨਾ ਚੱਕ ਪਾਈਏ, ਤੁਸੀਂ ਟੈਕਸਟ ਜਾਂ WhatsApp ਭੇਜ ਦਿਓ, ਵਿਦਿਨ 2 ਆਵਰਸ ਦੇ ਵਿੱਚ ਤੁਹਾਨੂੰ ਉੱਥੇ ਵੀ ਜਵਾਬ ਦਿੱਤਾ ਜਾਏਗਾ। ਤਾਂ ਬੇਸਿਕਲੀ ਭਾਜੀ ਆਲ ਐਂਡ ਆਲ ਮੈਂ ਆਹੀ ਕਹਿਣਾ ਚਾਹੂੰਗਾ, ਦੇਰ ਇਜ਼ ਐਨ ਵੈਰੀ ਓਪਨ ਕਮਿਊਨੀਕੇਸ਼ਨ। ਕੋਈ ਪ੍ਰੋਬਲਮ ਆ ਰਹੀ ਹੈ, ਲਾਸਟ ਮਿੰਟ ਦੇ ਵਿੱਚ ਮੌਰਗੇਜ ਨਹੀਂ ਹੋ ਪਾਈ ਆ, ਕੋਈ ਇੱਦਾਂ ਦੀ ਇਸ਼ੂ ਆਈ ਆ ਕਿ ਜਿੱਥੇ ਤੁਹਾਨੂੰ ਸਮਝ ਨਹੀਂ ਆ ਰਿਹਾ ਕਿਹੜੇ ਥਾਂ ਨੂੰ ਜਾਈਏ, ਤੁਸੀਂ ਸਾਡੇ ਨਾਲ ਗੱਲ ਕਰ ਲਓ, ਤੁਹਾਨੂੰ ਜਿਹੜਾ ਹੈਗਾ ਕੋਈ ਨਾ ਕੋਈ ਸੋਲੂਸ਼ਨ ਕੱਢ ਕੇ ਦੇਵਾਂਗੇ ਵਿਚ ਇਜ਼ ਗੋਇੰ ਟੂ ਬੀ ਅ ਬੈਨੀਫਿਟ ਟੂ ਯੂ। ਸਾਰੀ ਗੱਲਬਾਤ ਲਈ ਨੰਬਰ ਆਪਣਾ ਇੱਕੋ ਹੀ ਇੱਕ ਆ, 647 702 2023 647 702 2023 ਤੇ। ਜੀ ਬਹੁਤ ਬਹੁਤ ਧੰਨਵਾਦ। ਤੇ ਹੁਣ ਆਪਾਂ ਜਿਹੜਾ ਨੈਕਸਟ ਮੰਥ ਜੁਲਾਈ ਕੈਨੇਡਾ ਡੇ ਤੇ ਉਦੋਂ ਪ੍ਰੋਗਰਾਮ ਆਪਾਂ ਆਪਣੇ ਦਰਸ਼ਕਾਂ ਵਾਸਤੇ ਲੈ ਕੇ ਆਵਾਂਗੇ। ਜੁਲਾਈ ਸਪੈਸ਼ਲ ਕੀ ਹੋਊਗਾ, ਇੱਕ ਬਹੁਤ ਹੀ ਵਧੀਆ ਤੁਹਾਡੇ ਵਾਸਤੇ ਜਿਹੜਾ ਪੈਕੇਜ ਲੈ ਕੇ ਆਉਣਗੇ। ਭਾਵੇਂ ਤੁਸੀਂ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਮਾਰਗੇਜ ਕਰਾਉਣੀ ਆ, ਭਾਵੇਂ ਤੁਸੀਂ ਆਪਣੇ ਐਕੁਇਟੀ ਬਣਾਉਣ ਵਾਸਤੇ ਕ੍ਰੈਡਿਟ ਲੈਂਡ ਬਣਾਉਣੀ ਹੈਗੀ ਆ, ਤਾਂ ਤੁਸੀਂ ਇੱਕੋ ਇੱਕ ਨੰਬਰ ਹੈਗਾ 647 702 2023 ਦੇ ਉੱਤੇ ਜਿਹੜੀ ਕਾਲ ਕੀਤੀ ਜਾ ਸਕਦੀ ਹੈ। ਤੇ ਮਿੰਸਾ ਵੀ ਲਈਏ ਜਾਂ ਫਿਰ ਬਿਲਕੁਲ ਇਜਾਜ਼ਤ ਲਈਏ ਭਾਜੀ ਜੀ। ਸਾਡੇ ਵੱਲੋਂ ਸਤਿ ਸ਼੍ਰੀ ਅਕਾਲ।